ਵੈਲਕਮ ਬੈਕ ਆਲ ਮਾਈ ਡੀਅਰ ਸਟੂਡੈਂਟਸ। ਅੱਜ ਅਸੀਂ ਗੱਲ ਕਰਾਂਗੇ ਭੂਗੋਲ ਦੇ ਦੂਸਰੇ ਭਾਗ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਬਾਰੇ। ਆਓ ਨਕਸ਼ੇ 'ਤੇ ਜਾਣਦੇ ਹਾਂ ਕਿ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨ ਕਿੱਥੇ ਕਿੱਥੇ ਸਥਿਤ ਹਨ। ਤੁਹਾਡੇ ਸਾਹਮਣੇ ਇੱਕ ਨਕਸ਼ਾ ਹੈ, ਇਸ 'ਤੇ ਤੁਸੀਂ ਸਟੇਟ ਵਾਈਜ਼ ਦੇਖ ਸਕਦੇ ਹੋ। ਜੋ ਗ੍ਰੀਨ ਕਲਰ ਹੈ ਇਹ ਪੂਰੇ ਦੇ ਪੂਰੇ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਨੂੰ ਦਿਖਾਉਂਦਾ ਹੈ, ਜਿਸ ਦੇ ਵਿੱਚ ਕਿਹੜੇ ਕਿਹੜੇ ਰਾਜ ਹਨ। ਕੁਝ ਹਿੱਸਾ ਰਾਜਸਥਾਨ ਦਾ, ਪੰਜਾਬ ਪੂਰੇ ਦਾ ਪੂਰਾ, ਹਰਿਆਣਾ, ਦਿੱਲੀ, ਇਸ ਤੋਂ ਇਲਾਵਾ ਉੱਤਰਾਖੰਡ ਦਾ ਕੁਝ ਹਿੱਸਾ, ਉੱਤਰ ਪ੍ਰਦੇਸ਼, ਥੋੜ੍ਹਾ ਜਿਹਾ ਮੱਧ ਪ੍ਰਦੇਸ਼ ਦਾ ਹਿੱਸਾ, ਇਸ ਤੋਂ ਇਲਾਵਾ ਬਿਹਾਰ, ਝਾਰਖੰਡ ਦਾ ਹਿੱਸਾ, ਪੱਛਮੀ ਬੰਗਾਲ, ਇਸ ਤੋਂ ਇਲਾਵਾ ਤ੍ਰਿਪੁਰਾ, ਅਸਾਮ ਅਤੇ ਨਾਗਾਲੈਂਡ ਦਾ ਕੁਝ ਹਿੱਸਾ। ਇਹ ਸਾਰੇ ਦਾ ਸਾਰਾ ਹਿੱਸਾ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਦੇ ਵਿੱਚ ਸ਼ਾਮਲ ਹੈ। ਅਸੀਂ ਇਸ ਦੇ ਬਾਰੇ 'ਚ ਜੋ ਨਕਸ਼ੇ ਦੇ ਉੱਪਰ ਅਸੀਂ ਦੇਖਿਆ ਹੈ, ਇਸ ਦੇ ਬਾਰੇ 'ਚ ਅਸੀਂ ਇਸ ਲੈਸਨ ਦੇ ਵਿੱਚ ਅੱਗੇ ਡਿਸਕਸ ਕਰਾਂਗੇ ਕਿ ਇਹ ਕਿਸ ਤਰ੍ਹਾਂ ਦਾ ਹੈ, ਇਹਦੀਆਂ ਕੀ ਕੀ ਖਾਸੀਅਤ ਹਨ, ਕੀ ਕੀ ਵਿਸ਼ੇਸ਼ਤਾਵਾਂ ਹਨ, ਉਹਨਾਂ ਦੇ ਬਾਰੇ 'ਚ ਅਸੀਂ ਅੱਗੇ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਮੇਰਾ ਖਿਆਲ ਹੈ ਵੀ ਸਾਰੇ ਬੱਚਿਆਂ ਨੇ ਧਿਆਨ ਨਾਲ ਇਹ ਨਕਸ਼ੇ ਨੂੰ ਦੇਖ ਲਿਆ ਹੋਵੇਗਾ। ਇੱਕ ਵਾਰ ਰਿਪੀਟ ਕਰ ਲੈਂਦੇ ਹਾਂ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਅਸਾਮ, ਨਾਗਾਲੈਂਡ, ਮੇਘਾਲਿਆ ਦਾ ਕੁਛ ਇਲਾਕਾ, ਤ੍ਰਿਪੁਰਾ, ਪੱਛਮੀ ਬੰਗਾਲ ਅਤੇ ਰਾਜਸਥਾਨ। ਇਹ ਜੋ ਰਾਜ ਹਨ, ਇਹਨਾਂ ਦੇ ਵਿੱਚ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਦਾ ਵਿਸਤਾਰ ਖੇਤਰ ਹੈ। ਅਸੀਂ ਇਸ ਦੇ ਬਾਰੇ 'ਚ ਅੱਗੇ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਚਰਚਾ ਕਰਨ ਵਾਲੇ ਹਾਂ। ਅਸੀਂ ਹੁਣ ਗੱਲ ਕਰਦੇ ਹਾਂ ਉੱਤਰੀ ਭਾਰਤ ਦੇ ਵਿਸ਼ਾਲ ਮੈਦਾਨਾਂ ਦੀ। ਸਿੰਧੂ, ਗੰਗਾ, ਬ੍ਰਹਮਪੁੱਤਰ ਨਦੀ ਦੇ ਮੈਦਾਨ ਦੁਨੀਆ ਦੇ ਸਭ ਤੋਂ ਵੱਡੇ ਜਲੋੜ੍ਹ ਮਿੱਟੀ ਦੇ ਮੈਦਾਨਾਂ ਵਿੱਚੋਂ ਇੱਕ ਹਨ। ਭਾਰਤ ਵਿੱਚ ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ, ਯਾਨੀ ਕਿ ਪੱਛਮ ਤੋਂ ਲੈ ਕੇ ਪੂਰਬ ਤੱਕ ਲਗਭਗ 2400 ਕਿਲੋਮੀਟਰ ਇਹਨਾਂ ਮੈਦਾਨਾਂ ਦੀ ਲੰਬਾਈ ਹੈ। ਜੇਕਰ ਚੌੜਾਈ ਦੀ ਗੱਲ ਕਰੀਏ ਤਾਂ 150 ਤੋਂ 300 ਕਿਲੋਮੀਟਰ ਤੱਕ ਇਹਨਾਂ ਮੈਦਾਨਾਂ ਦੀ ਚੌੜਾਈ ਹੈ। ਇਹ ਮੈਦਾਨ ਹਿਮਾਲਿਆ ਪਰਬਤ ਤੋਂ ਹੇਠਾਂ ਵਗਣ ਵਾਲੀਆਂ ਨਦੀਆਂ ਦੁਆਰਾ ਲਗਾਤਾਰ ਰੋੜ ਕੇ ਲਿਆਂਦੀ ਹੋਈ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣੇ ਹਨ, ਜਿਸ ਵਿੱਚ ਕਈ ਤਰ੍ਹਾਂ ਦੇ ਭੂ ਰੂਪ ਸਾਨੂੰ ਦੇਖਣ ਨੂੰ ਮਿਲਦੇ ਹਨ, ਜਿਵੇਂ ਕਿ ਜਲੋੜ ਪੱਖੇ, ਜਲੋੜ ਕੋਣ, ਬਲਦਾਰ ਨਦੀਆਂ, ਕੁਦਰਤੀ ਵੰਨ, ਹੜ੍ਹਾਂ ਦੇ ਮੈਦਾਨ ਆਦਿ ਇਹਨਾਂ ਮੈਦਾਨਾਂ ਦੇ ਵਿੱਚ ਸਾਨੂੰ ਮਿਲਦੇ ਹਨ। ਅੱਗੇ ਵਧਦੇ ਹੋਏ ਅਸੀਂ ਜਾਣਦੇ ਹਾਂ ਕਿ ਮੈਦਾਨਾਂ ਦੀ ਭੂ ਆਕ੍ਰਿਤੀ। ਗੰਗਾ ਬ੍ਰਹਮਪੁੱਤਰ ਦੇ ਮੈਦਾਨ ਦੀਆਂ ਖੇਤਰੀ ਭਿੰਨਤਾਵਾਂ ਇਸ ਦੀ ਖਾਸੀਅਤ ਹਨ। ਇਹ ਕਈ ਤਰ੍ਹਾਂ ਦੇ ਮੈਦਾਨ ਹਨ, ਜਿਨ੍ਹਾਂ ਨੂੰ ਅਸੀਂ ਵਨ ਬਾਏ ਵਨ ਇੱਥੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਭਾਂਬਰ ਮੈਦਾਨਾਂ ਦੀ। ਭਾਂਬਰ ਇੱਕ ਤਰ੍ਹਾਂ ਦੇ ਸਭ ਤੋਂ ਉੱਪਰ ਵਾਲੇ ਮੈਦਾਨ ਹੁੰਦੇ ਹਨ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹਨਾਂ ਮੈਦਾਨਾਂ ਦੇ ਵਿੱਚ ਜੋ ਇੱਟ ਵੱਟੇ ਹਨ ਜਾਂ ਜ਼ਿਆਦਾ ਵੱਡੇ ਪੱਥਰ ਹਨ, ਉਹਨਾਂ ਦੀ ਭਰਮਾਰ ਹੀ ਜ਼ਿਆਦਾ ਹੁੰਦੀ ਹੈ। ਇਹਨਾਂ ਦੀ ਚੌੜਾਈ ਕਿਸੇ ਜਗ੍ਹਾ 'ਤੇ ਵੱਧ ਜਾਂ ਘੱਟ ਹੁੰਦੀ ਰਹਿੰਦੀ ਹੈ। ਆਮ ਤੌਰ 'ਤੇ ਇਹਨਾਂ ਦੀ ਚੌੜਾਈ ਜੋ ਹੈ 16 ਕਿਲੋਮੀਟਰ ਤੱਕ ਹੁੰਦੀ ਹੈ। ਇਸ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ, ਇਸ ਨੂੰ ਆਪਾਂ ਅੱਗੇ ਸਮਝਦੇ ਹਾਂ। ਭਾਂਬਰ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਦੇ ਵਿੱਚ 8 ਤੋਂ 16 ਕਿਲੋਮੀਟਰ ਚੌੜੀ ਇੱਕ ਪੱਟੀ ਹੈ, ਜੋ ਸਿੰਧ ਦਰਿਆ ਤੋਂ ਤਿਸਤਾ ਦਰਿਆ ਤੱਕ ਸ਼ਿਵਾਲਿਕ ਤੋਂ ਪੂਰਵਾਂਚਲ ਤੱਕ ਪਹਾੜਾਂ ਦੇ ਨਾਲ ਨਾਲ ਚੱਲਦੀ ਹੈ। ਸ਼ਿਵਾਲਿਕ ਪਰਬਤ ਲੜੀ ਦੇ ਮੈਦਾਨਾਂ ਤੋਂ ਜੋ ਹੇਠਾਂ ਨਦੀਆਂ ਆਉਂਦੀਆਂ ਹਨ, ਉਹ ਆਪਣੇ ਨਾਲ ਵਹਾ ਕੇ ਲਿਆਂਦੇ ਹੋਏ ਪੱਥਰ ਜਾਂ ਕੰਕਰ ਜਾਂ ਹੋਰ ਜਿਹੜੇ ਸਮੱਗਰੀ ਹੈ, ਉਸ ਨੂੰ ਇੱਥੇ ਜਮ੍ਹਾਂ ਕਰ ਦਿੰਦੀਆਂ ਹਨ। ਇਹਨਾਂ ਕੰਕਰ ਪੱਥਰਾਂ ਦੀ ਪਾਣੀ ਸੋਖਣ ਦੀ ਸਮਰੱਥਾ ਕਾਫੀ ਜ਼ਿਆਦਾ ਹੁੰਦੀ ਹੈ। ਤੁਸੀਂ ਜੇਕਰ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਓਗੇ ਤਾਂ ਇੱਕਦਮ ਹੀ ਪਹਾੜ ਸ਼ੁਰੂ ਨਹੀਂ ਹੋ ਜਾਂਦੇ, ਉਸ ਤੋਂ ਕਾਫੀ ਸਾਈਡ ਪਿੱਛੋਂ ਹੀ ਸਾਨੂੰ ਪੱਥਰਾਂ ਦਾ ਇੱਕ ਵੱਡਾ ਮੈਦਾਨ ਦੇਖਣ ਨੂੰ ਮਿਲਦਾ ਹੈ। ਇਹ ਮੈਦਾਨ ਨੂੰ ਹੀ ਅਸੀਂ ਭਾਂਬਰ ਮੈਦਾਨ ਆਖਦੇ ਹਾਂ। ਉਮੀਦ ਹੈ ਤੁਹਾਨੂੰ ਇਹ ਪਿਕਚਰ ਦੇ ਜ਼ਰੀਏ ਅਤੇ ਐਕਸਪਲੇਨੇਸ਼ਨ ਦੇ ਜ਼ਰੀਏ ਕਾਫੀ ਚੀਜ਼ਾਂ ਕਲੀਅਰ ਹੋਈਆਂ ਹੋਣਗੀਆਂ। ਇਹ ਜੋ ਮੈਦਾਨ ਹਨ, ਇਹ ਖੇਤੀਬਾੜੀ ਦੇ ਲਿਹਾਜ਼ ਨਾਲ ਕੋਈ ਲਾਹੇਵੰਦ ਨਹੀਂ ਹੈ। ਤੁਸੀਂ ਸਮਝ ਸਕਦੇ ਹੋ ਕਿ ਇੰਨੇ ਜ਼ਿਆਦਾ ਪੱਥਰਾਂ ਨੂੰ ਹਟਾਉਣਾ ਅਤੇ ਉਹਨਾਂ ਦੇ ਵਿੱਚ ਖੇਤੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਅਤੇ ਦੂਸਰਾ, ਇੱਥੇ ਜਦੋਂ ਵੀ ਬਹੁਤ ਜ਼ਿਆਦਾ ਪਹਾੜਾਂ ਦੇ ਵਿੱਚ ਵਰਖਾ ਹੁੰਦੀ ਹੈ ਤਾਂ ਛੇਤੀ ਹੀ ਇੱਥੇ ਫਲੱਡ ਆ ਜਾਂਦਾ ਹੈ, ਜਿਸ ਕਾਰਨ ਕਿ ਇਹ ਮੈਦਾਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਸਲ ਉਗਾਉਣਾ ਕੋਈ ਸੌਖਾ ਕੰਮ ਨਹੀਂ ਹੈ। ਅਗਲਾ ਜੋ ਟਾਈਪ ਹੈ, ਜਿਸ ਨੂੰ ਅਸੀਂ ਤਰਾਈ ਦੇ ਨਾਮ ਨਾਲ ਜਾਣਦੇ ਹਾਂ, ਤਰਾਈ ਦੇ ਬਾਰੇ 'ਚ ਇੱਥੇ ਅਸੀਂ ਡਿਸਕਸ ਕਰ ਰਹੇ ਹਾਂ। ਆਓ ਇੱਕ ਪਿਕਚਰ ਦੇ ਜ਼ਰੀਏ ਅਸੀਂ ਸਮਝਦੇ ਹਾਂ ਕਿ ਤਰਾਈ ਕਿਹੋ ਜਿਹੀ ਜਗ੍ਹਾ ਹੁੰਦੀ ਹੈ। ਤੁਸੀਂ ਇੱਥੇ ਦੇਖ ਰਹੇ ਹੋ ਕਿ ਪਿੱਛੇ ਇੱਕ ਪਰਬਤ ਹੈ, ਉਸ ਤੋਂ ਪਿੱਛੇ ਵੱਲ ਨੂੰ ਸਾਨੂੰ ਇੱਕ ਖੇਤ ਦਿਖਾਈ ਦੇ ਰਹੇ ਹਨ। ਲੇਕਿਨ ਕੀ ਤੁਸੀਂ ਸੋਚਦੇ ਹੋ ਕਿ ਇਹ ਖੇਤ ਇਮੀਡੀਏਟ ਪਰਬਤ ਦੇ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋ ਗਏ ਹੋਣਗੇ? ਨਹੀਂ, ਕਿਉਂਕਿ ਪਰਬਤ ਅਤੇ ਇਹਨਾਂ ਖੇਤਾਂ ਦੇ ਵਿਚਾਲੇ ਇੱਕ ਪੱਟੀ ਹੈ। ਕੀ ਕੋਈ ਬੱਚਾ ਦੱਸ ਸਕਦਾ ਹੈ ਇਸ ਪੱਟੀ ਨੂੰ ਅਸੀਂ ਕੀ ਨਾਮ ਨਾਲ ਜਾਣਦੇ ਹਾਂ? ਅਸੀਂ ਹੁਣੀ ਪਿਛਲੇ ਪਾਰਟ ਦੇ ਵਿੱਚ ਇਸ ਨੂੰ ਡਿਸਕਸ ਕੀਤਾ ਹੈ। ਇਸ ਪੱਟੀ ਨੂੰ ਅਸੀਂ ਤਰਾਈ
आखते हैं। इस दियां होर खासियतां बारे असीं अगे चर्चा कर रहे हैं। जिवें कि तुसीं पिक्चर के जरिए देखिया कि तराई एक अजिही पट्टी हुंदी है जिथे पत्थरां दी घाट हुंदी है ਅਤੇ मिट्टी मिलनी शुरू हो जाती है। ਇਹ पट्टी 13 ਤੋਂ 20 किलोमीटर तक चौड़ी हो सकती है। इस दे विच असीं पिछले पार्ट दे विच डिस्कस कीता सी कि जो ਭਾਂਬਰ ਦੀ ਪੱਟੀ ਅਸੀਂ ਡਿਸਕਸ ਕੀਤੀ ਸੀ, ਜਿਸ ਦੀ ਖਾਸੀਅਤ ਇਹ ਹੁੰਦੀ ਹੈ ਕਿ ਪਾਣੀ ਉਸ ਇਲਾਕੇ ਦੇ ਵਿੱਚ ਪੱਥਰਾਂ ਦੇ ਨੀਚੋਂ ਦੀ ਵਗਦਾ ਹੈ। ਤਾਂ ਇਸ ਪੱਟੀ ਦੇ ਵਿੱਚ, ਤਰਾਈ ਦੀ ਪੱਟੀ ਦੇ ਵਿੱਚ, ਉਹ ਪਾਣੀ ਪੱਥਰਾਂ ਤੋਂ ਬਾਹਰ ਨਿਕਲ ਕੇ ਆਪਣੇ ਰਸਤੇ ਆ ਜਾਂਦਾ ਹੈ। ਇਸ ਜਗ੍ਹਾ ਦੇ ਉੱਪਰ ਪਾਣੀ ਦੀ ਕਾਫੀ ਜ਼ਿਆਦਾ ਜਮਾਓ ਹੁੰਦਾ ਹੈ, ਜਿਸ ਕਾਰਨ ਕਿ ਇਸ ਇਲਾਕੇ ਦੇ ਵਿੱਚ ਦਲਦਲ ਬਣ ਜਾਂਦਾ ਹੈ। ਇਸ ਦਲਦਲੀ ਇਲਾਕੇ ਦੇ ਵਿੱਚ ਆਮ ਤੌਰ 'ਤੇ ਸੰਘਣੇ ਜੰਗਲ ਹੁੰਦੇ ਹਨ, ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੰਜਾਬ, ਉੱਤਰਾਖੰਡ ਜਾਂ ਹੋਰ ਰਾਜਾਂ ਦੇ ਵਿੱਚ ਇਸ ਤਰਾਈ ਵਾਲੇ ਇਲਾਕੇ ਨੂੰ ਜੰਗਲਾਂ ਨੂੰ ਸਾਫ਼ ਕਰਕੇ ਵਾਹੀਯੋਗ ਬਣਾ ਦਿੱਤਾ ਗਿਆ ਹੈ। ਜਿਵੇਂ ਕਿ ਅਸੀਂ ਇਸ ਤਸਵੀਰ ਦੇ ਜ਼ਰੀਏ ਇੱਕ ਖੇਤ ਦਾ ਜ਼ਿਕਰ ਦੇਖਿਆ ਸੀ, ਉਹ ਖੇਤ ਇੱਕ ਤਰਾਈ ਵਾਲੇ ਜੰਗਲ ਨੂੰ ਸਾਫ਼ ਕਰਕੇ ਹੀ ਬਣਾਇਆ ਗਿਆ ਹੈ। ਅਗਲੇ ਪਾਰਟ ਦੇ ਵੱਲ ਚੱਲਦੇ ਹਾਂ। ਤੀਸਰਾ ਜੋ ਪੁਆਇੰਟ ਹੈ, ਇਸ ਨੂੰ ਕਹਿੰਦੇ ਹਾਂ ਬਾਂਗਰ। ਬਾਂਗਰ ਦਾ ਇਲਾਕਾ ਉਹ ਨਦੀਆਂ ਹੁੰਦੀਆਂ ਹਨ, ਨਦੀਆਂ ਦਾ ਉਹ ਵਾਲਾ ਇਲਾਕਾ ਹੈ ਜਿੱਥੇ ਕਦੇ ਪੁਰਾਤਨ ਸਮੇਂ ਦੇ ਵਿੱਚ ਨਦੀਆਂ ਵਗਦੀਆਂ ਸਨ, ਪਰ ਹੁਣ ਉੱਥੇ ਕੋਈ ਵੀ ਨਦੀ ਨਹੀਂ ਵਗਦੀ ਹੈ, ਉੱਥੇ ਹੜ੍ਹਾਂ ਦਾ ਪਾਣੀ ਵੀ ਨਹੀਂ ਪਹੁੰਚਦਾ। ਬਾਂਗਰ ਮਿੱਟੀ ਵਿੱਚ ਕੰਕਰਾਂ ਦੀ ਜੋ ਬਹੁਤਾਤ ਹੁੰਦੀ ਹੈ, ਇਹ ਪੁਰਾਣੀ ਮਿੱਟੀ, ਬਾਂਗਰ ਤੋਂ ਭਾਵ ਪੁਰਾਣਾ ਹੁੰਦਾ ਹੈ, ਜਿਸ ਨੂੰ ਅਸੀਂ ਪੁਰਾਣੀ ਮਿੱਟੀ ਦੇ ਨਾਂ ਨਾਲ ਵੀ ਜਾਣਦੇ ਹਾਂ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ ਕਿ ਹੇਠਾਂ ਇੱਕ ਇੱਦਾਂ ਲੱਗ ਰਿਹਾ ਹੈ ਕਿ ਜਿਵੇਂ ਕੋਈ ਨਦੀ ਦਾ ਵਹਾਅ ਹੁੰਦਾ ਹੋਵੇ, ਉੱਪਰ ਇੱਕ ਮਿੱਟੀ ਦੀ ਢੇਰੀ ਦਿਖਾਈ ਦੇ ਰਹੀ ਹੈ ਸਾਨੂੰ। ਇਹ ਜੋ ਹੈ, ਇਹ ਇੱਕ ਬਾਂਗਰ ਦੇ ਮੈਦਾਨ ਦਾ ਦ੍ਰਿਸ਼ ਹੈ, ਕਿਉਂਕਿ ਇਹ ਮਾਰੂਥਲੀ ਇਲਾਕਾ ਹੈ। ਇੱਥੇ ਕਦੇ ਪੁਰਾਤਨ ਸਮੇਂ ਦੇ ਵਿੱਚ ਕਦੇ ਨਦੀਆਂ ਵਗਦੀਆਂ ਹੋਣਗੀਆਂ, ਔਰ ਇਹ ਨਦੀ ਦੇ ਹੁਣ ਬਸ ਸਿਰਫ ਇੱਥੇ ਨਿਸ਼ਾਨੀਆਂ ਹੀ ਬਾਕੀ ਨੇ। ਜਿਵੇਂ ਕਿ ਤੁਸੀਂ ਰਾਜਸਥਾਨ ਜਾਂ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰੋ ਤਾਂ ਤੁਹਾਨੂੰ ਉੱਥੇ ਅਜਿਹੀਆਂ ਨਦੀਆਂ ਦਿਖਾਈ ਦੇਣ ਨੂੰ ਦੇਣਗੀਆਂ। ਜਿਵੇਂ ਕਿ ਰੇਵਾੜੀ ਦੇ ਵਿੱਚ ਇੱਕ ਨਦੀ ਹੈ, ਸਾਵੀ ਨਦੀ, ਉਸ ਦੇ ਸਿਰਫ ਉੱਥੇ ਨਾਂ ਹੀ ਬਾਕੀ ਹੈ, ਉਸ ਨਾਂ ਦੀ ਕੋਈ ਨਦੀ ਉੱਥੇ ਵਗਦੀ ਨਹੀਂ ਹੈ, ਬਸ ਉਹ ਨਾਂ ਤੋਂ ਹੀ ਉੱਥੇ ਨਦੀ ਹੈ। ਤਾਂ ਉਸ ਇਲਾਕੇ ਨੂੰ ਅਸੀਂ ਬਾਂਗਰ ਦਾ ਮੈਦਾਨ ਆਖਦੇ ਹਾਂ। ਜਿਵੇਂ ਕਿ ਇੱਥੇ ਅਸੀਂ ਚਰਚਾ ਵੀ ਕਰ ਚੁੱਕੇ ਹਾਂ, ਇਸ ਮਿੱਟੀ ਦੀ ਜੋ ਉਪਜਾਊਪਣ ਹੈ ਉਹ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ, ਅਤੇ ਇਸ ਤਰ੍ਹਾਂ ਦੀ ਮਿੱਟੀ ਦੇ ਵਿੱਚ ਇੱਕ ਤਰ੍ਹਾਂ ਨਾਲ ਰੇਤ ਦੀ ਮਾਤਰਾ ਹੀ ਜ਼ਿਆਦਾ ਹੁੰਦੀ ਹੈ। ਨੈਕਸਟ ਪੁਆਇੰਟ ਹੈ ਖਾਡਰ। ਖਾਡਰ ਇੱਕ ਜਲੋੜੀ ਮਿੱਟੀ ਹੈ ਜੋ ਕਿ ਦਰਿਆਵਾਂ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦੁਆਰਾ ਵਿਛਾਈ ਜਾਂਦੀ ਹੈ। ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ। ਪੰਜਾਬ ਵਿੱਚ ਅਜਿਹੇ ਖਾਡਰ ਮਿੱਟੀ ਵਾਲੇ ਇਲਾਕਿਆਂ ਨੂੰ ਬੇਟ ਵੀ ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ, ਇਹ ਇੱਕ ਦਰਿਆ ਹੈ, ਇਸ ਦੇ ਕਿਨਾਰੇ ਹੜ੍ਹ ਨਾਲ ਛੇਤੀ ਹੀ ਪਾਣੀ ਨਾਲ ਭਰਨ ਵਾਲੇ ਹਨ। ਇਸ ਪਾਣੀ ਦੇ ਨਾਲ ਆਈ ਹੋਈ ਨਵੀਂ ਮਿੱਟੀ ਹੈ ਉਹ ਇਹਨਾਂ ਮੈਦਾਨਾਂ ਦੇ ਵਿੱਚ ਵਿਛ ਜਾਵੇਗੀ, ਜਿਸ ਨੂੰ ਕਿ ਅਸੀਂ ਖਾਡਰ ਮਿੱਟੀ ਦੇ ਮੈਦਾਨ ਆਖਦੇ ਹਾਂ। ਅਜਿਹੇ ਮੈਦਾਨ ਤੁਸੀਂ ਆਪਣੇ ਆਲੇ ਦੁਆਲੇ ਦੇਖੇ ਹੋਣਗੇ। ਜਿਵੇਂ ਕਿ ਤੁਸੀਂ ਘੱਗਰ ਦੇ ਇਲਾਕੇ ਦੇ ਵਿੱਚ ਵਾਸ ਕਰਦੇ ਹੋ, ਤਾਂ ਘੱਗਰ ਦੇ ਵਿੱਚ ਜਦੋਂ ਵੀ 5-4 ਸਾਲਾਂ ਬਾਅਦ ਹੜ੍ਹ ਆਉਂਦਾ ਹੈ ਤਾਂ ਉਹ ਆਪਣੇ ਨਾਲ ਇੱਕ ਨਵੀਂ ਮਿੱਟੀ ਲੈ ਕੇ ਆਉਂਦਾ ਹੈ, ਅਤੇ ਉਹ ਮਿੱਟੀ ਆਲੇ ਦੁਆਲੇ ਦੇ ਵਿੱਚ ਵਿਛ ਜਾਂਦੀ ਹੈ। ਇਸ ਮਿੱਟੀ ਨੂੰ ਅਸੀਂ ਖਾਡਰ ਦੇ ਮੈਦਾਨ ਆਖਦੇ ਹਾਂ। ਅਜਿਹਾ ਪੰਜਾਬ ਦੇ ਵਿੱਚ ਹੋਰ ਵੀ ਕਈ ਜਗ੍ਹਾ 'ਤੇ ਬਹੁਤ ਸਾਰੇ ਦਰਿਆ ਆਪਣੇ ਨਾਲ ਮਿੱਟੀ ਲੈ ਕੇ ਆਉਂਦੇ ਹਨ। ਅਗਲਾ ਟਾਈਪ ਹੈ ਰੇਹ ਜਾਂ ਕਲਰੀ ਮਿੱਟੀ ਦੇ ਮੈਦਾਨ। ਅਜਿਹੇ ਮੈਦਾਨ ਤੁਸੀਂ ਦੇਖੇ ਵੀ ਹੋਣਗੇ ਜਾਂ ਫਿਰ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਕੁਝ ਇਲਾਕੇ ਪਹਿਲਾਂ ਕਲਰੀ ਮਿੱਟੀ ਦੇ ਹੁੰਦੇ ਸਨ। ਅਜਿਹੇ ਮੈਦਾਨ ਉੱਤਰ ਪ੍ਰਦੇਸ਼ ਅਤੇ ਹਰਿਆਣੇ ਵਿੱਚ ਮਿਲਦੇ ਹਨ। ਇਹਨਾਂ ਦੇ ਬਣਨ ਦਾ ਕਾਰਨ ਹੈ ਕਿ ਇੱਥੇ ਜੋ ਪਾਣੀ ਹੈ ਜਾਂ ਇਹ ਮਿੱਟੀ ਹੈ, ਇਸ ਦੇ ਵਿੱਚ ਨਮਕ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਕਾਰਨ ਇਹ ਮਿੱਟੀ ਦੇ ਉੱਪਰ ਇੱਕ ਆਮ ਤੌਰ 'ਤੇ ਸਫੇਦ ਜਿਹਾ ਕਲਰ ਦਿਖਾਈ ਦਿੰਦਾ ਹੈ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ, ਸਾਨੂੰ ਇਸ ਤਸਵੀਰ ਦੇ ਵਿੱਚ ਸਾਫ਼ ਜਾਂ ਜੋ ਪਾਊਡਰਨੁਮਾ ਇੱਕ ਚੀਜ਼ ਹੈ ਉਹ ਮਿੱਟੀ ਦੇ ਉੱਪਰ ਦਿਖਾਈ ਦੇ ਰਹੀ ਹੈ। ਇਹ ਇਸ ਤਰ੍ਹਾਂ ਦੇ ਜੋ ਮੈਦਾਨ ਹੁੰਦੇ ਹਨ ਉਹਨਾਂ ਨੂੰ ਅਸੀਂ ਰੇਹ ਜਾਂ ਕਲਰੀ ਮੈਦਾਨ ਆਖਦੇ ਹਾਂ। ਇਹ ਨਮਕ ਦੀ ਬਹੁਤਾਤ ਦੇ ਕਾਰਨ ਬਣਦੇ ਹਨ, ਜਾਂ ਫਿਰ ਹੋਰ ਦੂਸਰੇ ਖਣਿਜ ਪਦਾਰਥਾਂ ਦੀ ਬਹੁਤਾਤ ਦੇ ਕਾਰਨ ਇਹ ਆਮ ਦੇਖਣ ਦੇ ਵਿੱਚ ਆਉਂਦੇ ਹਨ। ਨੈਕਸਟ ਪਾਰਟ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਬੂਰ ਦੇ ਮੈਦਾਨਾਂ ਦੀ। ਬੂਰ ਦੇ ਮੈਦਾਨ ਹਨ ਜੋ ਇਹ ਗੰਗਾ ਨਦੀ ਦੇ ਨਾਲ ਲੱਗਦੇ ਯਮੁਨਾ ਦੁਆਬ ਦੇ
ਉੱਚੇ ਮੈਦਾਨਾਂ ਨੂੰ ਕਿਹਾ ਜਾਂਦਾ ਹੈ। ਇਹਨਾਂ ਮੈਦਾਨਾਂ ਦਾ ਨਿਰਮਾਣ ਹਵਾ ਦੁਆਰਾ ਜਾਂ ਪੌਣਾ ਦੁਆਰਾ ਉਡਾ ਕੇ ਲਿਆਂਦੀ ਗਈ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣਦਾ ਹੈ, ਜੋ ਕਿ ਆਪਣੇ ਆਲੇ ਦੁਆਲੇ ਦੇ ਇਲਾਕੇ ਨਾਲੋਂ ਕੁਝ ਜ਼ਿਆਦਾ ਉੱਚੇ ਹੁੰਦੇ ਹਨ। ਇਸ ਤਰ੍ਹਾਂ ਦੇ ਮੈਦਾਨ ਗੰਗਾ ਅਤੇ ਯਮੁਨਾ ਦੁਆਬ ਦੇ ਵਿੱਚ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਹੁਣ ਅਸੀਂ ਮੋਟੇ ਤੌਰ 'ਤੇ ਮੈਦਾਨਾਂ ਦੀ ਵੰਡ ਅਤੇ ਬਣਤਰ ਬਾਰੇ ਥੋੜ੍ਹੀ ਚਰਚਾ ਕਰ ਲੈਂਦੇ ਹਾਂ। ਬਣਤਰ ਦੇ ਅਨੁਸਾਰ ਮੈਦਾਨਾਂ ਨੂੰ ਕਈ ਸਾਰੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਵੇਂ ਕਿ ਭਾਂਬਰ, ਤਰਾਈ, ਖਾਡਰ, ਬਾਂਗਰ, ਰੇਹ ਅਤੇ ਬੂਰ। ਇਹਨਾਂ ਦੇ ਬਾਰੇ 'ਚ ਅਸੀਂ ਇੱਥੇ ਚਰਚਾ ਕਰ ਚੁੱਕੇ ਹਾਂ। ਜਦ ਕਿ ਖੇਤਰੀ ਵੰਡ ਦੀ ਜੇ ਚਰਚਾ ਕਰੀਏ ਤਾਂ ਖੇਤਰੀ ਵੰਡ ਦੇ ਮੁਤਾਬਕ ਭਾਰਤ ਦੇ ਜੋ ਮੈਦਾਨ ਹਨ ਉਹਨਾਂ ਨੂੰ 3 ਖੇਤਰਾਂ ਦੇ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾਂ ਸਿੰਧੂ ਦੇ ਮੈਦਾਨ, ਫਿਰ ਗੰਗਾ ਦੇ ਮੈਦਾਨ, ਫਿਰ ਬ੍ਰਹਮਪੁੱਤਰ ਦੇ ਮੈਦਾਨ। ਇਹਨਾਂ ਦੇ ਬਾਰੇ 'ਚ ਅਸੀਂ ਥੋੜ੍ਹਾ ਹੋਰ ਚਰਚਾ ਕਰ ਲੈਂਦੇ ਹਾਂ। ਸਿੰਧੂ ਦੇ ਜੋ ਮੈਦਾਨ ਹਨ, ਜਿਸ ਨੂੰ ਅੱਗੇ ਹੋਰ ਕਈ ਸਾਰੇ ਪਾਰਟਾਂ ਦੇ ਵਿੱਚ ਵੰਡਿਆ ਗਿਆ ਹੈ। ਸਿਸ ਸਤਲੁਜ ਦੁਆਬ, ਜਿਸ ਦੇ ਵਿੱਚ ਇੱਕ ਪਹਿਲਾ ਪਾਰਟ ਹੈ, ਫਿਰ ਬਿਸਤ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ, ਸਿੰਧ ਸਾਗਰ ਦੁਆਬ। ਇਹਨਾਂ ਦੇ ਬਾਰੇ 'ਚ ਅਸੀਂ ਕਿਸੇ ਹੋਰ ਪਾਠ ਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਇਸ ਤੋਂ ਅਗਲੇ ਪਾਰਟ ਦੇ ਵੱਲ ਚੱਲਦੇ ਹਾਂ। ਗੰਗਾ ਦੇ ਮੈਦਾਨ। ਗੰਗਾ ਦੇ ਮੈਦਾਨਾਂ ਨੂੰ ਵੀ ਅੱਗੇ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਗੰਗਾ ਦੇ ਉੱਚੇ ਮੈਦਾਨ, ਗੰਗਾ ਦੇ ਵਿਚਕਾਰਲੇ ਮੈਦਾਨ, ਗੰਗਾ ਦੇ ਨਿਚਲੇ ਮੈਦਾਨ। ਗੰਗਾ ਦੇ ਨਿਚਲੇ ਮੈਦਾਨਾਂ ਨੂੰ ਅੱਗੇ ਫਿਰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਹੈ ਰਾਹਤ ਖੇਤਰ, ਦੂਸਰਾ ਹੈ ਡੈਲਟਾਈ ਮੈਦਾਨ। ਡੈਲਟਾਈ ਮੈਦਾਨਾਂ ਨੂੰ ਅੱਗੇ ਫਿਰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਹੈ ਭੀਲ, ਬਾਹਰੀ ਦਲਦਲੀ ਡੈਲਟਾਈ ਮੈਦਾਨ, ਅਤੇ ਦੂਸਰਾ ਹੈ ਚਰ, ਅੰਦਰੂਨੀ ਡੈਲਟਾਈ ਮੈਦਾਨ। ਇਸ ਦੇ ਇਲਾਵਾ ਬ੍ਰਹਮਪੁੱਤਰ ਦੇ ਜੋ ਦੁਆਬ ਹਨ ਉਸ ਨੂੰ ਵੀ 2 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਹੈ ਨਿਚਲੀ ਬ੍ਰਹਮਪੁੱਤਰ ਘਾਟੀ ਅਤੇ ਦੂਸਰਾ ਹੈ ਦੁਆਰ। ਬਣਤਰ ਦੇ ਆਧਾਰ 'ਤੇ ਅਸੀਂ ਚਰਚਾ ਕਰ ਚੁੱਕੇ ਹਾਂ। ਹੁਣ ਅਸੀਂ ਚਰਚਾ ਕਰਾਂਗੇ ਮੈਦਾਨਾਂ ਦੀ ਖੇਤਰੀ ਵੰਡ ਦੇ ਆਧਾਰ 'ਤੇ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਦੇ ਬਾਰੇ 'ਚ। ਪੰਜਾਬ ਅਤੇ ਹਰਿਆਣਾ ਦੇ ਮੈਦਾਨ, ਜਿੱਥੇ ਅਸੀਂ ਖੁਦ ਰਹਿੰਦੇ ਹਾਂ, ਇਹ ਮੈਦਾਨ ਉੱਤਰ ਤੋਂ ਪੱਛਮ ਅਤੇ ਦੱਖਣ ਤੋਂ ਪੂਰਬ ਤੱਕ 640 ਕਿਲੋਮੀਟਰ ਦੀ ਲੰਬਾਈ ਤੱਕ ਫੈਲੇ ਹੋਏ ਹਨ। ਇਹਨਾਂ ਦੀ ਔਸਤ ਚੌੜਾਈ ਹੈ 300 ਕਿਲੋਮੀਟਰ ਤੱਕ। ਇਹਨਾਂ ਦਾ ਕੁੱਲ ਖੇਤਰਫਲ 1.75 ਲੱਖ ਵਰਗ ਕਿਲੋਮੀਟਰ ਖੇਤਰਫਲ ਇਹਨਾਂ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਇਹ ਮੈਦਾਨ ਸਿੰਧੂ ਅਤੇ ਇਸ ਦੀਆਂ ਸਹਾਇਕ ਨਦੀਆਂ, ਜਿਵੇਂ ਕਿ ਜਿਨ੍ਹਾਂ ਦੇ ਨਾਮ ਅਸੀਂ ਅਕਸਰ ਹੀ ਲੈਂਦੇ ਹਾਂ, ਸਤਲੁਜ, ਵਿਆਸ, ਰਾਵੀ, ਝਨਾਬ, ਜੇਹਲਮ, ਇਹਨਾਂ ਨਦੀਆਂ ਦੁਆਰਾ ਲਗਾਤਾਰ ਵਿਛਾਏ ਗਏ ਜਲੋੜ ਜਾਂ ਨਵੀਂ ਮਿੱਟੀ ਦੁਆਰਾ ਇਹ ਮੈਦਾਨ ਬਣੇ ਹਨ। ਇਸ ਮੈਦਾਨ ਦੇ ਕੁੱਲ 5 ਦੁਆਬ ਹਨ, ਜਿਨ੍ਹਾਂ ਵਿੱਚ ਬਿਸਤ ਦੁਆਬ, ਬਿਆਸ, ਸਤਲੁਜ ਦਰਿਆ ਦੇ ਵਿਚਕਾਰਲਾ ਇਲਾਕਾ, ਬਾਰੀ ਦੁਆਬ, ਬਿਆਸ ਅਤੇ ਰਾਵੀ ਦੇ ਵਿਚਕਾਰਲਾ ਇਲਾਕਾ, ਝਨਾਬ ਦੁਆਬ, ਬਾਰੀ ਅਤੇ ਝਨਾਬ ਦੇ ਵਿਚਕਾਰਲਾ ਇਲਾਕਾ, ਚੱਜ, ਝਨਾਬ ਅਤੇ ਝਨਾਬ ਜੇਹਲਮ ਦੇ ਵਿਚਕਾਰਲਾ ਇਲਾਕਾ, ਅਤੇ ਸਿੰਧ ਦੁਆਬ, ਜੇਹਲਮ ਅਤੇ ਝਨਾਬ ਅਤੇ ਸਿੰਧ ਦਰਿਆਵਾਂ ਦੇ ਵਿਚਕਾਰਲਾ ਇਲਾਕਾ ਸ਼ਾਮਲ ਹਨ। ਇਸ ਇਲਾਕੇ ਦੇ ਵਿੱਚ, ਜਿਵੇਂ ਕਿ ਆਪਾਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ, ਕਿ ਕਾਫੀ ਜ਼ਿਆਦਾ ਉਪਜਾਊ ਮਿੱਟੀ ਹੈ, ਜਿਸ ਕਾਰਨ ਕਿ ਇੱਥੋਂ ਦੀ ਮਿੱਟੀ ਦੇ ਵਿੱਚ ਜੋ ਫਸਲਾਂ ਜੋ ਦੇਸ਼ ਦਾ ਢਿੱਡ ਭਰਦੀਆਂ ਹਨ, ਉਹ ਫਸਲਾਂ ਦੀ ਜ਼ਿਆਦਾਤਰ ਕਾਸ਼ਤ ਕੀਤੀ ਜਾਂਦੀ ਹੈ, ਜਿਵੇਂ ਕਿ ਕਣਕ ਅਤੇ ਚਾਵਲ। ਇਸ ਇਲਾਕੇ ਦੇ ਵਿੱਚ ਇੱਥੋਂ ਦੇ ਮਿਹਨਤੀ ਕਿਸਾਨਾਂ ਨੇ ਲਗਾਤਾਰ ਮਿਹਨਤ ਦੇ ਸਦਕਾ ਸਾਰੀ ਹੀ ਜ਼ਮੀਨ ਨੂੰ ਲਗਭਗ ਵਾਹੀਯੋਗ ਬਣਾ ਲਿਆ ਹੈ, ਅਤੇ ਇਸ ਸਾਰੇ ਹੀ ਦਬਾਅ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਦੇ ਵਿੱਚ ਜੋ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਹਰ ਸਾਲ ਹੁੰਦੀਆਂ ਰਹਿੰਦੀਆਂ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ, ਇਹ ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਦੀ ਇੱਕ ਕਾਮਨ ਜੀ ਤਸਵੀਰ ਹੈ। ਇਹ ਆਮ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਹੋਵੇਗੀ। ਖੇਤੀਬਾੜੀ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਇਹਨਾਂ ਮੈਦਾਨਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਹਨ। ਇਸ ਤੋਂ ਅਗਲੇ ਪਾਰਟ ਦੀ ਜੇਕਰ ਅਸੀਂ ਚਰਚਾ ਕਰੀਏ ਤਾਂ ਰਾਜਸਥਾਨ ਦੇ ਮੈਦਾਨ, ਜੋ ਕਿ ਮਾਰੂਥਲ ਦੇ ਨਾਂ ਨਾਲ ਜਾਣੇ ਜਾਂਦੇ ਹਨ, ਦਾ ਗ੍ਰੇਟ ਇੰਡੀਅਨ ਡੈਜ਼ਰਟਸ। ਰਾਜਸਥਾਨ ਦੇ ਮੈਦਾਨ ਅਸਲ ਵਿੱਚ ਸਤਲੁਜ ਮੈਦਾਨਾਂ ਦਾ ਹੀ ਉਹ ਹਿੱਸਾ ਹੈ ਜੋ ਕਦੇ ਘੱਗਰ ਅਤੇ ਸਰਸਵਤੀ ਕਾਰਨ ਹਰਾ ਭਰਾ ਹੁੰਦਾ ਸੀ, ਪਰ ਹੁਣ ਇਹ ਮਾਰੂ ਭਾਵ ਰੇਤਲੀ ਭੂਮੀ ਹੈ। ਇਸ ਨੂੰ ਰੇਗਿਸਤਾਨ ਜਾਂ ਮਾਰੂਥਲ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਇਲਾਕਾ ਪੰਜਾਬ ਦੇ ਦੱਖਣ ਪੱਛਮ ਤੋਂ ਰਾਜਸਥਾਨ ਦੇ ਪੱਛਮ ਵਿੱਚ 650 ਕਿਲੋਮੀਟਰ ਲੰਬਾਈ ਅਤੇ 250 ਕਿਲੋਮੀਟਰ ਦੀ ਚੌੜਾਈ ਦੇ ਵਿੱਚ ਫੈਲਿਆ ਹੋਇਆ ਹੈ। ਥਾਰ ਰੇਗਿਸਤਾਨ ਦੇ ਪੂਰਬੀ ਹਿੱਸੇ ਨੂੰ ਰਾਜਸਥਾਨ ਬਾਂਗਰ ਵੀ ਕਹਿੰਦੇ ਹਨ, ਅਤੇ ਥਾਰ ਰੇਗਿਸਤਾਨ ਦੇ ਰੇਤ ਦੇ ਟਿੱਬੇ ਅਤੇ ਖਾਰੇ ਪਾਣੀ ਦੀਆਂ ਕੁਝ ਝੀਲਾਂ ਵੀ ਮਿਲਦੀਆਂ ਹਨ। ਇੱਥੇ ਜੋ ਕੁਝ ਪ੍ਰਸਿੱਧ ਝੀਲਾਂ ਹਨ ਉਹਨਾਂ ਦੇ ਨਾਮ ਹਨ ਸਾਂਬਰ, ਦੇਦਵਾਨਾ,
ਦੇਗਾਨਾ, ਸਾਰਮੋਲ ਕੁਝ ਇਹ ਮਹੱਤਵਪੂਰਨ ਝੀਲਾਂ ਹਨ। ਸਾਂਭਰ ਇੱਕ ਅਜਿਹੀ ਝੀਲ ਹੈ ਜਿੱਥੋਂ ਕਿ ਹਿੰਦੁਸਤਾਨ ਦੇ ਵਿੱਚ ਜੋ ਨਮਕ ਪੈਦਾ ਹੁੰਦਾ ਹੈ, ਕਾਫੀ ਵੱਡੀ ਮਾਤਰਾ ਦੇ ਵਿੱਚ ਇਸ ਝੀਲ ਦੇ ਵਿੱਚੋਂ ਨਮਕ ਦੀ ਪੈਦਾਵਾਰ ਕੀਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਜ਼ਰੀਏ ਦੇਖ ਸਕਦੇ ਹੋ ਕਿ ਰਾਜਸਥਾਨ ਦਾ ਜੋ ਮੈਦਾਨ ਹੈ ਉਸ ਦੇ ਆਕਾਰ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਇੱਥੇ ਰੇਤ ਦੇ ਵੱਡੇ ਵੱਡੇ ਟਿੱਬੇ ਸਾਨੂੰ ਦਿਖਾਈ ਦਿੰਦੇ ਹਨ ਜੋ ਕਿ ਹਵਾ ਦੁਆਰਾ ਬਣਾਏ ਅਤੇ ਮਿਟਾਏ ਜਾਂਦੇ ਹਨ। ਇਸ ਰੇਤ ਦੇ ਟਿੱਬਿਆਂ ਦੇ ਵਿੱਚ ਜਿੱਥੇ ਕਿਤੇ ਵੀ ਪਾਣੀ ਦੀ ਥੋੜ੍ਹੀ ਬਹੁਤ ਮਾਤਰਾ ਮਿਲਦੀ ਹੈ ਉੱਥੇ ਕੁਝ ਕੁਦਰਤੀ ਵਨਸਪਤੀ ਉੱਗ ਪੈਂਦੀ ਹੈ ਅਤੇ ਕੁਝ ਹੋਰ ਤਰ੍ਹਾਂ ਦੀਆਂ ਉੱਥੇ ਫਸਲਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਅਗਲਾ ਜੋ ਇੰਪੋਰਟੈਂਟ ਮੈਦਾਨ ਹੈ ਗੰਗਾ ਦਾ ਮੈਦਾਨ, ਦਾ ਗੈਂਗੇਟਿਕ ਪਲੇਨਸ। ਇਹਨਾਂ ਮੈਦਾਨਾਂ ਦਾ ਨਿਰਮਾਣ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਜਿਵੇਂ ਕਿ ਗੰਡਕ, ਯਮੁਨਾ, ਘਾਗਰਾ, ਕੋਸੀ, ਸੋਨ, ਕੇਨ, ਬੇਤਵਾ, ਚੰਬਲ ਇਹਨਾਂ ਨਦੀਆਂ ਦੁਆਰਾ ਲਗਾਤਾਰ ਵਿਛਾਈ ਗਈ ਮਿੱਟੀ ਦੇ ਨਾਲ ਹੋਇਆ ਹੈ। ਇਹਨਾਂ ਮੈਦਾਨਾਂ ਦੀ ਲੰਬਾਈ 550 ਕਿਲੋਮੀਟਰ ਅਤੇ ਚੌੜਾਈ 380 ਕਿਲੋਮੀਟਰ ਤੱਕ ਹੈ। ਇਹਨਾਂ ਮੈਦਾਨਾਂ ਨੂੰ ਅੱਗੇ 3 ਉਪ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲੇ ਨੰਬਰ 'ਤੇ ਹੈ ਗੰਗਾ ਦੇ ਉੱਚੇ ਮੈਦਾਨ ਦਾ ਅਪਰ ਗੰਗਾ ਪਲੇਨਸ। ਇਸ ਗੰਗਾ ਦੇ ਮੈਦਾਨ ਯਮੁਨਾ ਦੁਆਬ ਵੀ ਕਿਹਾ ਜਾਂਦਾ ਹੈ। ਇਸ ਮੈਦਾਨ ਵਿੱਚ ਗੰਗਾ ਅਤੇ ਯਮੁਨਾ ਤੋਂ ਇਲਾਵਾ ਰਾਮਗੰਗਾ, ਸ਼ਾਰਦਾ, ਬੇਤਵਾ, ਗੋਮਤੀ ਅਤੇ ਘਾਗਰਾ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਤੋਂ ਬਣਿਆ ਹੈ। ਇਸ ਮੈਦਾਨ ਵਿੱਚ ਭਾਂਬਰ ਅਤੇ ਤਰਾਈ ਦੇ ਮੈਦਾਨ ਸ਼ਾਮਲ ਹਨ। ਹੁਣ ਤੁਹਾਡੇ ਲਈ ਟਾਸਕ ਇਹ ਹੈ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਭਾਂਬਰ ਅਤੇ ਤਰਾਈ ਦੇ ਮੈਦਾਨ ਕੀ ਹੁੰਦੇ ਹਨ। ਅਗਲਾ ਹਿੱਸਾ ਹੈ ਗੰਗਾ ਦੇ ਵਿਚਕਾਰਲੇ ਮੈਦਾਨ। ਗੰਗਾ ਦੇ ਵਿਚਕਾਰਲੇ ਮੈਦਾਨ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗ ਅਤੇ ਬਿਹਾਰ ਰਾਜ ਵਿੱਚ ਫੈਲੇ ਹੋਏ ਹਨ। ਇਹਨਾਂ ਨੂੰ ਮਿਥਿਲਾ ਜਾਂ ਬਿਹਾਰ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਲੰਬਾਈ 600 ਕਿਲੋਮੀਟਰ ਅਤੇ ਚੌੜਾਈ 330 ਕਿਲੋਮੀਟਰ ਤੱਕ ਹੈ। ਇਹ ਮੈਦਾਨ ਘਾਗਰਾ, ਗੰਡਕ, ਸੋਨ ਅਤੇ ਕੋਸੀ ਨਦੀਆਂ ਦੁਆਰਾ ਵਿਛਾਈ ਗਈ ਮਿੱਟੀ ਨਾਲ ਬਣਿਆ ਹੋਇਆ ਹੈ। ਅਗਲੇ ਮੈਦਾਨ ਹਨ ਗੰਗਾ ਦੇ ਹੇਠਲੇ ਮੈਦਾਨ। ਇਸ ਮੈਦਾਨ ਵਿੱਚ ਬਿਹਾਰ ਦੇ ਪੁਰਲੀਆ ਜ਼ਿਲ੍ਹੇ ਦੀ ਕਿਸ਼ਨਗੰਜ ਤਹਿਸੀਲ ਤੋਂ ਸਮੇਤ ਪੱਛਮੀ ਬੰਗਾਲ, ਦਾਰਜੀਲਿੰਗ ਛੱਡ ਕੇ ਸ਼ਾਮਲ ਹੈ। ਇਸ ਦੀ ਲੰਬਾਈ 580 ਕਿਲੋਮੀਟਰ ਅਤੇ ਚੌੜਾਈ 200 ਕਿਲੋਮੀਟਰ ਤੱਕ ਹੈ। ਇਹ ਮੈਦਾਨ ਤਿਸਤਾ, ਜਲਢਾਕਾ ਅਤੇ ਤੋਰਸਾ ਨਦੀਆਂ ਦੇ ਜਲੋੜ ਦੇ ਜਮ੍ਹਾਂ ਹੋਣ ਕਾਰਨ ਬਣਿਆ ਹੈ। ਇਹ ਮੈਦਾਨ ਦਾ 2/3 ਹਿੱਸਾ ਸੁੰਦਰਬਨ ਡੈਲਟਾ ਹੈ ਜੋ ਕਿ ਸੰਸਾਰ ਦਾ ਸਭ ਤੋਂ ਵਿਸ਼ਾਲ ਡੈਲਟਾ ਹੈ। ਸੁੰਦਰਬਨ ਡੈਲਟਾ ਦਾ ਨਾਂ ਉੱਥੇ ਮਿਲਣ ਵਾਲੇ ਖਾਸ ਕਿਸਮ ਦੇ ਮੈਨਗਰੋਵ ਦਰਖਤ ਸੁੰਦਰੀ ਤੋਂ ਪਿਆ ਹੈ। ਮੈਨਗਰੋਵ ਦਰਖਤ ਡੈਲਟੇ ਦੇ ਇਲਾਕਿਆਂ ਵਿੱਚੋਂ ਸੰਘਣੇ ਜਵਾਰੀ ਜੰਗਲਾਂ ਅਤੇ ਦਲਦਲੀ ਇਲਾਕਿਆਂ ਵਿੱਚ ਮਿਲਦੇ ਹਨ। ਜੇ ਆਪਾਂ ਗੱਲ ਕਰੀਏ ਕਿ ਡੈਲਟਾ ਕਿਸ ਆਕਾਰ ਦਾ ਹੁੰਦਾ ਹੈ ਤਾਂ ਤੁਹਾਡੇ ਸਾਹਮਣੇ ਇੱਕ ਤਸਵੀਰ ਹੈ। ਇਹ ਇੱਕ ਨਦੀ ਹੈ ਜੋ ਸਮੁੰਦਰ ਦੇ ਵਿੱਚ ਮਿਲਣ ਤੋਂ ਪਹਿਲਾਂ ਕਈ ਸਾਰੇ ਭਾਗਾਂ ਦੇ ਵਿੱਚ ਵੰਡੀ ਜਾ ਰਹੀ ਹੈ। ਇਸੇ ਆਕਾਰ ਨੂੰ ਹੀ ਡੈਲਟਾ ਆਖਦੇ ਹਾਂ। ਉਮੀਦ ਹੈ ਕਿ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਵੋਗੇ। ਅਗਲੀ ਤਸਵੀਰ ਦੇ ਜ਼ਰੀਏ ਅਸੀਂ ਦੇਖਦੇ ਹਾਂ ਕਿ ਜੋ ਇਹ ਦਰਖਤ ਤੁਹਾਨੂੰ ਦਿਖਾਈ ਦੇ ਰਹੇ ਹਨ ਇਹ ਹਨ ਸੁੰਦਰਬਨ ਡੈਲਟਾ। ਇਹ ਦਰਖਤ ਅਜਿਹੇ ਹਨ ਜੋ ਕਿ ਸਮੁੰਦਰ ਦੇ ਖਾਰੇ ਪਾਣੀ ਦੇ ਵਿੱਚ ਵੀ ਹਰੇ ਭਰੇ ਰਹਿ ਸਕਦੇ ਹਨ ਅਤੇ ਇਹ ਦਰਖਤ ਦੁਨੀਆ ਦੇ ਸਭ ਤੋਂ ਵੱਡੇ ਡੈਲਟਾ ਦੇ ਵਿੱਚ ਹੋਣ ਵਾਲੇ ਇੱਕ ਖਾਸ ਤਰ੍ਹਾਂ ਦੇ ਦਰਖਤ ਹਨ। ਇਸ ਤਸਵੀਰ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਸੁੰਦਰਬਨ ਡੈਲਟਾ ਦੇ ਵਿੱਚ ਇੱਕ ਜੀਵ ਮਿਲਦਾ ਹੈ ਜੋ ਕਿ ਸਾਡੇ ਦੇਸ਼ ਦਾ ਨੈਸ਼ਨਲ ਐਨੀਮਲ ਵੀ ਹੈ। ਕਮੈਂਟ ਬਾਕਸ ਦੇ ਵਿੱਚ ਤੁਸੀਂ ਇਸ ਜਾਨਵਰ ਦਾ ਨਾਮ ਲਿਖ ਕੇ ਦੱਸੋਗੇ ਕਿ ਇਹ ਕੀ ਹੈ ਅਤੇ ਕਿੱਥੇ ਮਿਲਦਾ ਹੈ। ਉਮੀਦ ਹੈ ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖਿਆ ਹੋਵੇਗਾ। ਇਹ ਮੈਦਾਨ ਭਾਰਤ ਦੀ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਇੱਕ ਪੈਰੋਕਾਰ ਦੇ ਪੱਖੋਂ ਜਾਣੇ ਜਾਂਦੇ ਹਨ। ਗੰਗਾ ਦੇ ਮੈਦਾਨਾਂ ਦੇ ਵਿੱਚ ਹੀ ਭਾਰਤ ਦਾ ਜੋ ਸੱਭਿਆਚਾਰ ਹੈ ਉਹ ਵਿਕਸਿਤ ਹੋਇਆ ਹੈ। ਇਹ ਪੂਰੇ ਦੇਸ਼ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰਦੇ ਹਨ। ਗੰਗਾ ਦੇ ਮੈਦਾਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਲੋਕ ਉਹਨਾਂ ਦੇ ਵਿੱਚ ਸ਼ਾਮਲ ਹਨ, ਜਿਵੇਂ ਕਿ ਖੇਤੀ ਕਰਨਾ ਅਤੇ ਹੋਰ ਖੇਤੀ ਨਾਲ ਸਹਾਇਕ ਜੁੜੇ ਹੋਏ ਧੰਦੇ। ਇਸ ਤੋਂ ਇਲਾਵਾ ਬਹੁਤ ਸਾਰੇ ਉਦਯੋਗ ਕਾਰਖਾਨੇ ਵੀ ਇਸ ਖੇਤਰ ਦੇ ਵਿੱਚ ਸਥਾਪਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਗੰਗਾ ਦੇ ਵਿੱਚ ਮਿਲਣ ਵਾਲੇ ਜੋ ਜਲੀ ਜੀਵ ਹਨ ਉਹਨਾਂ ਦੀ ਇੱਕ ਆਪਣੀ ਖਾਸ ਮਹੱਤਤਾ ਹੈ। ਗੰਗਾ ਦੇ ਵਿੱਚ ਮਿਲਣ ਵਾਲੀ ਡੋਲਫਿਨ, ਜਿਸ ਨੂੰ ਸਾਡਾ ਰਾਸ਼ਟਰੀ ਜਲੀ ਜੀਵ ਘੋਸ਼ਿਤ ਕੀਤਾ ਗਿਆ ਹੈ, ਉਸ ਦੇ ਬਾਰੇ ਵਿੱਚ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਹੁਣ ਅਸੀਂ ਚਰਚਾ ਕਰਦੇ ਹਾਂ ਲਾਸਟ ਟਾਈਪ ਦੇ ਮੈਦਾਨ ਬ੍ਰਹਮਪੁੱਤਰ ਦੇ ਮੈਦਾਨ ਬਾਰੇ।
ਬ੍ਰਹਮਪੁੱਤਰ ਦੇ ਮੈਦਾਨ, ਜਿਨ੍ਹਾਂ ਨੂੰ ਅਸਾਮ ਦੇ ਮੈਦਾਨ ਵੀ ਆਖਿਆ ਜਾਂਦਾ ਹੈ, ਇਹ ਸਮੁੰਦਰ ਤਲ ਤੋਂ 250 ਤੋਂ ਲੈ ਕੇ 550 ਮੀਟਰ ਤੱਕ ਦੀ ਉਚਾਈ 'ਤੇ ਸਥਿਤ ਹਨ। ਇਹ ਬ੍ਰਹਮਪੁੱਤਰ ਅਤੇ ਇਸ ਦੀਆਂ ਹੋਰ ਸਹਾਇਕ ਨਦੀਆਂ ਦੁਆਰਾ ਬਣਾਏ ਗਏ ਹਨ। ਇਹ ਨਦੀਆਂ ਹਰ ਸਾਲ ਕਾਫੀ ਭਾਰੀ ਮਾਤਰਾ ਦੇ ਵਿੱਚ ਉਪਜਾਊ ਮਿੱਟੀ ਆਪਣੇ ਨਾਲ ਲੈ ਕੇ ਆਉਂਦੀਆਂ ਹਨ, ਜਿਸ ਨੂੰ ਅਸਾਮ ਦੇ ਮੈਦਾਨਾਂ ਦੇ ਵਿੱਚ ਉਹ ਵਿਛਾ ਦਿੰਦੀਆਂ ਹਨ। ਇੱਥੋਂ ਦੇ ਵਾਸੀ ਇਹਨਾਂ ਮੈਦਾਨਾਂ ਦੇ ਵਿੱਚ ਆਪਣੀ ਜ਼ਰੂਰਤ ਮੁਤਾਬਕ ਖੇਤੀਬਾੜੀ ਜਾਂ ਹੋਰ ਧੰਦਿਆਂ ਦੇ ਵਿੱਚ ਸ਼ਮੂਲੀਅਤ ਕਰਦੇ ਹਨ। ਜਿਵੇਂ ਕਿ ਤੁਸੀਂ ਇਸ ਘਾਟੀ ਦੇ ਵਿੱਚ ਵੇਖ ਸਕਦੇ ਹੋ ਕਿ ਆਲੇ ਦੁਆਲੇ ਪਰਬਤ ਦਿਖਾਈ ਦੇ ਰਹੇ ਹਨ, ਵਿਚਕਾਰ ਇੱਕ ਪਲੇਨ ਏਰੀਆ ਦੇ ਵਿੱਚ ਲੋਕਾਂ ਨੇ ਆਪਣੇ ਖੇਤ ਬਣਾਏ ਹੋਏ ਹਨ ਅਤੇ ਉਹ ਇਸ ਇਲਾਕੇ ਦੇ ਵਿੱਚ ਖੇਤੀਬਾੜੀ ਵਰਗੇ ਧੰਦਿਆਂ ਦੇ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਇੱਕ ਹੋਣ ਵਾਲਾ ਚਾਵਲ, ਜਿਸ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਚਰਚਾ ਕਰ ਚੁੱਕਾ ਹਾਂ, ਇੱਕ ਖਾਸ ਕਿਸਮ ਦਾ ਚਾਵਲ ਜੋ ਅਸਾਮ ਦੇ ਇਲਾਕੇ ਦੇ ਵਿੱਚ ਹੁੰਦਾ ਹੈ, ਜਿਸ ਦੀ ਖਾਸੀਅਤ ਇਹ ਹੈ ਕਿ ਉਸ ਨੂੰ ਬਿਨਾਂ ਪਕਾਏ ਠੰਡੇ ਪਾਣੀ ਦੇ ਵਿੱਚ 1 ਜਾਂ 2 ਘੰਟੇ ਰੱਖ ਕੇ ਵੀ ਉਸ ਨੂੰ ਖਾਣ ਲਾਇਕ ਬਣਾਇਆ ਜਾ ਸਕਦਾ ਹੈ। ਕੀ ਕੋਈ ਬੱਚਾ ਕਮੈਂਟ ਬਾਕਸ ਦੇ ਵਿੱਚ ਉਸ ਚਾਵਲ ਦਾ ਨਾਮ ਦੱਸ ਸਕਦਾ ਹੈ? ਚਲੋ ਮੈਂ ਹੀ ਦੱਸ ਦਿੰਦਾ। ਉਸ ਚਾਵਲ ਦਾ ਨਾਮ ਹੈ ਬੋਕਾ ਰਾਈਸ, ਜਿਸ ਨੂੰ GI ਟੈਗ ਮਿਲਿਆ ਹੋਇਆ ਹੈ ਅਤੇ ਇਹ ਇੱਕ ਖਾਸ ਕਿਸਮ ਦਾ ਚਾਵਲ ਹੈ। ਉਮੀਦ ਹੈ ਕਿ ਤੁਹਾਨੂੰ ਇਸ ਲੈਕਚਰ ਦੁਆਰਾ ਕਾਫੀ ਜਾਣਕਾਰੀ ਮਿਲੀ ਹੋਵੇਗੀ ਅਤੇ ਇਸ ਨੂੰ ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ। ਜੇਕਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਆਪਣੇ ਹਮਜਮਾਤੀਆਂ ਨੂੰ, ਅਤੇ ਜੇ ਕੋਈ ਇਸ ਲੈਕਚਰ ਦੇ ਸੰਬੰਧ ਦੇ ਵਿੱਚ ਤੁਹਾਨੂੰ ਕੋਈ ਸ਼ਿਕਾਇਤ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਾਂ ਮੇਰੇ ਫ਼ੋਨ ਨੰਬਰ ਦੇ ਉੱਪਰ ਆਪਣੇ ਸੁਝਾਅ ਵੀ ਲਿਖ ਕੇ ਦੇ ਸਕਦੇ ਹੋ। ਧੰਨਵਾਦ।